ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਪੈਸ਼ਲ ਫਲਾਈਟਸ ਭੇਜੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਦੀ ਪਹਿਲੀ ਸਪੈਸ਼ਲ ਫਲਾਈਟ ਕੈਨੇਡਾ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਭੇਜੀ ਗਈ। ਕਨਿਸ਼ਕ ਬੰਬ ਬਲਾਸਟ ਤੋਂ 20 ਸਾਲਾਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ 에ਅਰ ਇੰਡੀਆ ਦੀ ਫਲਾਈਟ ਵੈਨਕੂਵਰ ਵਿਖੇ ਲੈਂਡ ਹੋਈ ਤਾਂ ਜੋ ਭਾਰਤੀਆਂ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਂਦਾ ਜਾ ਸਕੇ। ਇਸ ਪਹਿਲੀ ਫਲਾਈਟ ਦੀ ਸੁਰੱਖਿਅਤ ਵਾਪਸੀ ਹੋ ਚੁੱਕੀ ਹੈ ਅਤੇ 에ਅਰਪੋਰਟ ਤੋਂ ਜਹਾਜ਼ ਦੇ ਅੰਦਰੋਂ ਯਾਤਰੀ ਜਸਕਰਨ ਇਆਲੀ ਨੇ ਲੋਕਾਂ ਨੂੰ ਵਾਪਸੀ ਦਾ ਪੂਰਾ ਪ੍ਰੋਸੈਸ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇਹ ਵੀਡੀਓ ਅਸੀਂ ਤਾਂ ਬਣਾ ਰਹੇ ਹਾਂ ਕਿ ਬਹੁਤ ਸਾਡੇ ਵੀਰ ਭਰਾ ਨੇ ਜਿਹੜੇ ਮਤਲਬ ਅਤੇ ਬਜ਼ੁਰਗ ਨੇ ਜਿਹੜੇ ਕਿਸੇ ਨਾ ਕਿਸੇ ਮਜਬੂਰੀ ਕਰਕੇ ਕੈਨੇਡਾ ਜਾਂ ਹੋਰ ਮੁਲਕਾਂ ਦੇ ਵਿੱਚ ਫਸੇ ਹੋਏ ਨੇ ਤੇ 에ਅਰ ਇੰਡੀਆ ਨੇ ਜਿਹੜੀ ਇਵੈਕੂਏਸ਼ਨ ਫਲਾਈਟ ਸ਼ੁਰੂ ਕੀਤੀਆਂ ਨੇ। ਇਹਦੇ ਵਿੱਚ ਅਸੀਂ ਅੱਜ ਜਿਹੜੀ ਕੈਨੇਡਾ ਤੋਂ 에ਅਰ ਇੰਡੀਆ ਦੀ ਇੰਡੀਅਨ ਗਵਰਨਮੈਂਟ ਦੀ ਪਹਿਲੀ ਫਲਾਈਟ ਆ ਜਿਹੜੀ, ਇਸ ਦੇ ਵਿੱਚ ਸਾਨੂੰ ਟਰੈਵਲ ਕਰਨ ਦਾ ਮੌਕਾ ਮਿਲਿਆ। ਮੈਂ ਥੋੜ੍ਹਾ ਜਿਹਾ ਇਹਦੇ 'ਚ ਤੁਹਾਨੂੰ ਪ੍ਰੋਸੈਸ ਦੱਸਣਾ ਚਾਹੁੰਦਾ ਵਾਂ ਕਿਉਂਕਿ ਬੜੇ ਸਾਡੇ ਲੋਕ ਨੇ ਪੰਜਾਬ ਦੇ ਨੇ ਜਿਨ੍ਹਾਂ ਨੂੰ ਪ੍ਰੋਸੈਸ ਨਹੀਂ ਪਤਾ। ਬੜੇ ਲੋਕ ਕਨਫਿਊਜ਼ ਨੇ ਵੀ ਇਹ ਜਿਹੜੀਆਂ ਫਲਾਈਟ ਚੱਲੀਆਂ ਇਹਨਾਂ ਦੀ ਟਿਕਟ ਕਿੱਥੋਂ ਮਿਲੂਗੀ। ਮੈਂ ਸੌਖਾ ਜਿਹਾ ਤੁਹਾਨੂੰ ਸਾਰਾ ਦੱਸਦਾ ਪ੍ਰੋਸੈਸ। ਤਾਂ ਮੈਂ ਸਿਰਫ ਤਾਂ ਦੱਸ ਰਿਹਾ ਵੀ ਤੁਹਾਡੀ ਹੈਲਪ ਹੋ ਜੂਗੀ ਜੇ ਕਿਸੇ ਨੇ ਆਪਣੇ ਕੋਈ ਰਿਸ਼ਤੇਦਾਰ ਜਿਹੜੇ ਸਟੱਕ ਨੇ, ਕਿਸੇ ਦੇ ਪੇਰੈਂਟਸ ਸਟੱਕ ਨੇ, ਕਿਸੇ ਦੇ ਬੱਚੇ ਸਟੱਕ ਨੇ। ਸਟਾਰਟਿੰਗ ਦੇ ਵਿੱਚ ਤੁਸੀਂ ਇਹ ਜੇ ਤੁਸੀਂ ਟੋਰਾਂਟੋ ਜਾਂ ਹੋਰ ਕਿਸੇ ਇਲਾਕੇ ਜਾਂ ਜਿੱਥੇ ਵੀ ਤੁਹਾਡੀ ਅੰਬੈਸੀ ਹੈ, ਜਿਵੇਂ ਸਾਡੇ ਐਡਮਿੰਟਨ ਤੋਂ ਆ ਮੈਂ ਤੇ ਸਾਡੀ ਵੈਨਕੂਵਰ ਦੇ ਵਿੱਚ ਅੰਬੈਸੀ ਨੇੜੇ ਪੈਂਦੀ ਹੈ ਸਾਨੂੰ, ਤੇ ਉਸ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਇੱਕ ਰਜਿਸਟ੍ਰੇਸ਼ਨ ਲਿੰਕ ਆਉਂਦਾ ਵਾ, ਉਸ ਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਕਰਨਾ ਵਾ। ਤੁਸੀਂ ਆਪਦਾ ਨਾਮ, ਪਾਸਪੋਰਟ ਨੰਬਰ, ਕਿੱਥੇ ਹੈਗੇ ਹੋ ਤੁਸੀਂ, ਕਿੰਨੀ ਤਰੀਕ ਨੂੰ ਆਏ ਸੀਗੇ, ਉਹ ਸਾਰਾ ਤੁਸੀਂ ਦੱਸਣਾ ਵਾ ਤੇ ਉਸ ਦੇ ਵਿੱਚ ਤੋਂ ਰੀਜ਼ਨ ਮੰਗਿਆ ਜਾਊਗਾ। ਕਿਰਪਾ ਕਰਕੇ ਜੋ ਵੀ ਤੁਹਾਡਾ ਸਹੀ ਰੀਜ਼ਨ ਆ, ਸੱਚਾਈ ਆ, ਕਿਉਂਕਿ ਰੀਜ਼ਨ ਉਹ ਵੈਰੀਫਾਈ ਕਰਦੇ ਨੇ, ਉਹ ਤੁਸੀਂ ਦੱਸ ਦਿਓ। ਅਤੇ ਉਸ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਸਪੋਰਟਿੰਗ ਡਾਕੂਮੈਂਟ ਆ, ਜਿਵੇਂ ਕਿ ਤੁਸੀਂ ਇੱਥੇ ਵਿਜ਼ਿਟਰ ਆਏ ਸੀਗੇ ਅਤੇ ਤੁਹਾਡੀ ਵਾਪਸੀ ਦੀ ਟਿਕਟ ਕਰਾਈ ਹੋਈ ਸੀ ਪਰ ਉਹ ਟਿਕਟ ਕੈਂਸਲ ਹੋ ਗਈ, ਉਹ ਜਦੋਂ ਮਤਲਬ ਇੱਕ ਵਾਰ ਤੁਸੀਂ ਰਜਿਸਟ੍ਰੇਸ਼ਨ ਕਰਾਓਗੇ ਉਸ ਤੋਂ ਬਾਅਦ ਉਹਨਾਂ ਦੀ ਤੁਹਾਨੂੰ ਈਮੇਲ ਆਊਗੀ ਵੀ ਤੁਸੀਂ ਆਪਦਾ ਰੀਜ਼ਨ ਦੱਸੋ। ਕਿਰਪਾ ਕਰਕੇ ਈਮੇਲ ਬੜਾ ਇਹ 'ਚ ਇੰਪੋਰਟੈਂਟ ਪਾਰਟ ਆ ਵੀ ਤੁਹਾਨੂੰ ਈਮੇਲ ਆਪਦੀ ਬਾਰ-ਬਾਰ ਚੈੱਕ ਕਰਨੀ ਪੈਣੀ ਆ। ਈਮੇਲ ਤੁਸੀਂ ਜ਼ਰੂਰ ਦੇਖਣੀ ਆ ਆਪਣੀ, ਅਤੇ ਤੁਹਾਡੀ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਤੁਹਾਨੂੰ ਈਮੇਲ ਆਊਗੀ, ਤੋਂ ਕੰਪੈਲਿੰਗ ਰੀਜ਼ਨ ਪੁੱਛਿਆ ਜਾਊਗਾ ਵੀ ਤੁਸੀਂ ਕਿਉਂ ਟਰੈਵਲ ਕਰਨਾ ਚਾਹੁੰਦੇ ਹੋ ਇੰਡੀਆ ਨੂੰ ਵਾਪਸ। ਉਸ ਦੇ ਵਿੱਚ ਤੁਸੀਂ ਆਪਦਾ ਰੀਜ਼ਨ ਨਾਲ ਉਸ ਦੇ ਵਿੱਚ ਜੇ ਤੁਹਾਡੀ ਪੁਰਾਣੀ ਟਿਕਟ ਆ ਉਹ ਈਮੇਲ ਦੇ ਵਿੱਚ ਅਟੈਚ ਕਰ ਦਿਓ ਵੀ ਆਹ ਮੇਰੀ ਟਿਕਟ ਕਰਵਾਈ ਹੋਈ ਸੀ, ਅਸੀਂ ਆਹ ਤਰੀਕ ਨੂੰ ਟਰੈਵਲ ਕਰਨਾ ਚਾਹੁੰਦੇ ਸੀਗੇ। ਉਸ ਤੋਂ ਬਾਅਦ ਤੁਹਾਡਾ ਕੇਸ ਉਹਨਾਂ ਕੋਲ ਰਿਵਿਊਅਲ ਦੇ ਲਈ ਚਲੇ ਜਾਊਗਾ ਅਤੇ ਜੇ ਤੁਸੀਂ ਉਹਦੇ 'ਚ ਅਪਰੂਵ ਹੁੰਦੇ ਹੋ ਉਸ ਤੋਂ ਬਾਅਦ ਤੁਹਾਨੂੰ ਉਹ ਅੰਡਰਟੇਕਿੰਗ ਭੇਜਣਗੇ ਵੀ ਜੇ ਤੁਹਾਨੂੰ ਅਸੀਂ ਕੁਆਰੰਟੀਨ ਕਰਨਾ ਤਾਂ ਹੋਟਲਸ ਨੇ, ਕੋਈ ਇੱਦਾਂ ਦੀ ਗੱਲ ਨਹੀਂ ਗੀ। ਜਿਹੜੇ ਕੁਆਰੰਟੀਨ ਵੀ ਤੁਸੀਂ ਹੋਣਾ ਵਾ ਇਹ ਵੀ ਹੋਟਲਸ ਨੇ, ਮਤਲਬ 3 ਸਟਾਰ ਵੀ ਆ, 5 ਸਟਾਰ ਆ, 1 ਸਟਾਰ ਆ। ਜਿਸ ਬੰਦੇ ਦੀ ਜਿੰਨੀ ਕੁ ਜੇਬ ਅਲਾਓ ਕਰਦੀ ਆ ਤੁਸੀਂ ਉਹਨੂੰ ਯੈਸ ਕਰਕੇ ਵੀ ਹਾਂਜੀ ਕੋਈ ਗੱਲ ਨਹੀਂ, ਅਸੀਂ ਜੇ ਆਪਣੀ ਫੈਮਿਲੀ ਕੋਲ ਆਉਣਾ ਵਾ ਤਾਂ ਹਾਂਜੀ ਕੋਈ ਗੱਲ ਨਹੀਂ, ਅਸੀਂ ਕੁਆਰੰਟੀਨ ਹੋਣ ਲਈ ਤਿਆਰ ਆ। ਉਹ ਤੁਸੀਂ ਇੱਕ ਅੰਡਰਟੇਕਿੰਗ ਉਹਨਾਂ ਨੂੰ ਭੇਜੋਗੇ। ਉਸ ਤੋਂ ਬਾਅਦ ਫਿਰ ਉਹ ਰਿਵਿਊ ਕਰਨਗੇ। ਉਸ ਤੋਂ ਬਾਅਦ ਤੁਹਾਨੂੰ ਟਿਕਟ ਦੀ ਪ੍ਰਾਈਸ ਭੇਜੀ ਜਾਊਗੀ, ਜਿਵੇਂ ਕਿ $2400 ਸੀਗੀ ਵੈਨਕੂਵਰ ਤੋਂ ਦਿੱਲੀ ਇਹ ਵਾਲੀ ਫਲਾਈਟ ਦੀ, ਇਕੋਨਮੀ ਕਲਾਸ ਦੀ, ਅਤੇ ਬਿਜ਼ਨਸ ਕਲਾਸ ਦੀ ਸੀਗੀ $4900 ਕੈਨੇਡੀਅਨ ਡਾਲਰ। ਚਲੋ ਆਪਾਂ ਅੰਡਰਸਟੈਂਡ ਕਰਦੇ ਹਾਂ ਕਿ ਉਹ ਸਪੈਸ਼ਲ ਫਲਾਈਟਸ ਨੇ ਅਤੇ ਇਹਨਾਂ ਦੀ ਸਰਕਾਰ ਦਾ ਖਰਚਾ ਵੀ ਕੁਛ ਜ਼ਿਆਦਾ ਆ ਰਿਹਾ, ਸੇਫਟੀ ਦਾ ਬੜਾ ਧਿਆਨ ਰੱਖਣਾ ਪੈ ਰਿਹਾ। ਅਤੇ ਚਲੋ ਉਸਦੇ ਕਹਿਣਗੇ ਵੀ ਪਰਮਾਤਮਾ ਤੰਦਰੁਸਤੀ ਬਖਸ਼ੇ, ਪੈਸਾ ਤਾਂ ਤੁਹਾਨੂੰ ਬਾਰ-ਬਾਰ ਤੁਹਾਨੂੰ ਬਣਾਉਣ ਦਾ ਮੌਕਾ ਮਿਲਦਾ, ਤੰਦਰੁਸਤੀ ਬੜੀ ਜ਼ਰੂਰੀ ਆ, ਤੁਹਾਡੇ ਪਰਿਵਾਰ ਨਾਲ ਤੁਹਾਡਾ ਹੋਣਾ ਬੜਾ ਜ਼ਰੂਰੀ ਆ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਜਦੋਂ ਯੈਸ ਕਰੋਗੇ ਵੀ ਮੈਂ ਇਕੋਨਮੀ ਟਰੈਵਲ ਕਰਨਾ ਜਾਂ ਮੈਂ ਬਿਜ਼ਨਸ ਟਰੈਵਲ ਕਰਨਾ ਵਾ, ਅਤੇ ਉਸ ਤੋਂ 2 ਜਾਂ 1 ਦਿਨ ਬਾਅਦ ਤੁਹਾਨੂੰ 에ਅਰ ਇੰਡੀਆ ਦਾ ਇੱਕ ਲਿੰਕ ਆਊਗਾ। ਉਸ ਦੇ ਵਿੱਚ ਉਹ ਲਿੰਕ ਓਪਨ ਕਰਕੇ ਤੁਸੀਂ ਆਪਣੀ ਟਿਕਟ ਬੁੱਕ ਕਰਾਉਣੀ ਆ। ਇਹ ਬੜਾ ਕਨਫਿਊਜ਼ਿੰਗ ਪਾਰਟ ਆ, ਅਸੀਂ ਵੀ ਇੱਥੇ ਕਨਫਿਊਜ਼ ਹੋਏ ਸੀਗੇ ਕਿਉਂਕਿ ਸਾਨੂੰ ਅਮਾਊਂਟ ਕੈਨੇਡੀਅਨ ਡਾਲਰਸ ਦੇ ਵਿੱਚ ਦੱਸੀ ਗਈ ਸੀ। ਉਸ ਦੇ ਵਿੱਚ ਜਿਹੜਾ ਸਾਡਾ ਵੀਜ਼ਾ ਕਾਰਡ ਸੀ, ਕੈਨੇਡੀਅਨ ਵੀਜ਼ਾ ਕਾਰਡ ਸੀਗਾ, ਉਹ ਐਕਸੈਪਟ ਨਹੀਂ ਹੋ ਰਿਹਾ ਸੀ। ਤਾਂ ਅਸੀਂ ਬੜਾ ਕਨਫਿਊਜ਼, ਅਸੀਂ ਆਪਦੀ ਬੈਂਕ ਨੂੰ ਵੀ ਕਾਲ ਕੀਤਾ ਵੀ ਸਾਡਾ ਵੀਜ਼ਾ ਕਿਉਂ ਨਹੀਂ ਚੱਕ ਰਿਹਾ। ਉਹ ਕਹਿੰਦੇ ਸਾਨੂੰ ਇਹ ਟ੍ਰਾਂਜੈਕਸ਼ਨ ਸ਼ੋਅ ਨਹੀਂ ਹੋ ਰਹੀ। ਉਸ ਤੋਂ ਬਾਅਦ ਅਸੀਂ 에ਅਰ ਇੰਡੀਆ ਨੂੰ ਕਾਲ ਕੀਤੀ, ਉਹ ਕਹਿੰਦੇ ਵੀ ਜਿਹੜਾ ਤੁਹਾਡਾ ਵੀਜ਼ਾ ਕਾਰਡ ਆ ਇਹ ਇੰਡੀਅਨ ਬੈਂਕ ਦਾ ਚਾਹੀਦਾ, ਜਾਂ ਤਾਂ ਤੁਹਾਡੀ ਨੈੱਟ ਬੈਂਕਿੰਗ ਆਨ ਹੋਣੀ ਚਾਹੀਦੀ ਹੈ ਵੀ ਤੁਸੀਂ ਆਪਦਾ ਡੈਬਿਟ ਕਾਰਡ ਵਿੱਚ ਪੰਚ ਕਰਕੇ ਕੰਪਿਊਟਰ ਦੇ ਵਿੱਚ ਤੁਸੀਂ ਆਪਦੀ ਟ੍ਰਾਂਜੈਕਸ਼ਨ ਨੂੰ ਕੰਪਲੀਟ ਕਰ ਦਿਓ, ਜਾਂ ਤੁਹਾਡੇ ਕੋਲ ਵੀਜ਼ਾ ਕਾਰਡ ਹੋਣਾ ਚਾਹੀਦਾ। ਜਾਂ ਜਿਵੇਂ ਕੋਈ ਤੁਹਾਡਾ ਟਰੈਵਲ ਏਜੰਟ ਆ
ਇਹ ਵੀ ਤੁਸੀਂ ਉਹਦੇ 'ਚ ਕਰ ਸਕਦੇ ਹੋ ਵੀ ਉਹਨਾਂ ਦਾ ਵੀਜ਼ਾ ਕਾਰਡ ਤੁਸੀਂ ਯੂਜ਼ ਕਰ ਲਓ ਅਤੇ ਉਹਨਾਂ ਨੂੰ ਤੁਸੀਂ ਡਰਾਫਟ ਆਪਦਾ ਬਾਅਦ 'ਚੋਂ ਬਣਾ ਕੇ ਦੇ ਦਿਓ ਜਾਂ ਪਹਿਲਾਂ ਬਣਾ ਕੇ ਦੇ ਦਿਓ। ਮੈਂ ਵੀ ਕਿਉਂਕਿ ਮੇਰੇ ਕੋਲ ਵੀ ਇੰਡੀਅਨ ਕ੍ਰੈਡਿਟ ਕਾਰਡ ਨਹੀਂ ਸੀਗਾ ਅਤੇ ਮੈਂ ਵੀ ਇੱਦਾਂ ਹੀ ਕੀਤਾ, ਮੈਂ ਆਪਣੇ ਕਜ਼ਨ ਉਹਨਾਂ ਦਾ ਕ੍ਰੈਡਿਟ ਕਾਰਡ ਯੂਜ਼ ਕੀਤਾ ਅਤੇ ਉਹਨਾਂ ਨੂੰ ਮੈਂ ਚਲੋ ਵਾਇਰ ਟ੍ਰਾਂਸਫਰ ਕਰਤੇ ਪੈਸੇ। ਉਹ ਲਿੰਕ ਆਉਣ ਤੋਂ ਬਾਅਦ ਤੁਹਾਨੂੰ ਕੁਛ ਘੰਟਿਆਂ ਬਾਅਦ ਆਈਟਨਰੀ ਆ ਜਾਂਦੀ ਆ। ਹੁਣ ਆ ਗਿਆ ਇੰਪੋਰਟੈਂਟ ਪਾਰਟ ਏਅਰਪੋਰਟ ਦਾ। ਜਦੋਂ ਤੁਸੀਂ ਏਅਰਪੋਰਟ 'ਤੇ ਆਉਣਾ ਵਾ, ਜਿਹੜੀ ਤੁਸੀਂ ਅੰਡਰਟੇਕਿੰਗ ਉਹਨਾਂ ਨੂੰ ਦਿੱਤੀ ਸੀ ਸਾਈਨ ਕਰਕੇ, ਉਹ ਤੁਸੀਂ ਨਾਲ ਲੈ ਕੇ ਆਉਣੀ ਆ ਅਤੇ ਇੱਥੇ ਲਾਈਨ ਦੇ ਵਿੱਚ ਲੱਗ ਕੇ ਤੁਸੀਂ ਆਪਦਾ ਪਹਿਲਾਂ ਉਹਨਾਂ ਨੇ ਤੁਹਾਡਾ ਥਰਮਾਮੀਟਰ ਨਾਲ ਟੈਸਟ ਕਰਨਾ। ਉਹਨਾਂ ਨੇ ਦੇਖਣਗੇ ਤੁਹਾਡੇ ਵੀ ਸਿੰਪਟਮ ਤਾਂ ਨਹੀਂ ਕੋਈ ਜਿਹੜਾ ਤੁਹਾਨੂੰ ਕੋਈ ਡਰਾ ਰਿਹਾ ਵਾ ਵੀ ਨੱਕ ਦੇ ਵਿੱਚ ਪਾਈਪ ਪਾ ਕੇ ਟੈਸਟ ਕੀਤਾ ਜਾਊਗਾ, ਉਹ ਸਭ ਗਲਤ ਗੱਲਾਂ ਨੇ। ਸਿਰਫ ਇੱਕ ਥਰਮਾਮੀਟਰ ਲਾਉਣਗੇ ਤੁਹਾਡੇ ਉਹ ਮੱਥੇ 'ਤੇ, ਥਰਮਲ, ਉਹ ਵੀ ਇੱਕ ਡਿਸਟੈਂਸ 'ਤੇ। ਉਹਨਾਂ ਦੇ ਵੀ ਪ੍ਰੋਪਰ ਡਰੈਸ ਪਾਈ ਆ ਆਪਦੀ ਸੇਫਟੀ ਅਤੇ ਤੁਹਾਡੀ ਸੇਫਟੀ ਦੇ ਲਈ। ਉਸ ਤੋਂ ਬਾਅਦ ਤੁਸੀਂ ਆਪਦੇ ਲਗੇਜ ਜਮ੍ਹਾਂ ਕਰਵਾਉਣੇ ਆ ਟੈਚੀ। ਨੋਰਮਲ ਸਿਕਿਉਰਿਟੀ ਪ੍ਰੋਸੈਸ ਹੋਊਗਾ ਤੁਹਾਡਾ। ਅਤੇ ਏਅਰਪੋਰਟ ਦੇ ਵਿੱਚ ਸ਼ਾਪਸ ਵਗੈਰਾ ਬੰਦ ਨੇ, 1-2 ਖਾਣ ਪੀਣ ਦੀਆਂ ਸ਼ਾਪਸ ਖੁੱਲ੍ਹੀਆਂ। ਅਤੇ ਮੇਕ ਸ਼ੋਰ ਕਰਿਓ ਵੀ ਫਲਾਈਟ ਦੇ ਵਿੱਚ ਖਾਣਾ ਮਿਲ ਰਿਹਾ, ਪਰ ਉੱਥੋਂ ਤੁਸੀਂ ਜੇ ਕੋਈ ਜਿਵੇਂ ਬੱਚਿਆਂ ਲਈ ਕੋਕ ਜਾਂ ਕੋਈ ਦੁੱਧ ਵਗੈਰਾ ਇੱਦਾਂ ਦਾ ਆਪਦਾ ਸਮਾਨ, ਸੁੱਕਾ ਦੁੱਧ ਪਹਿਲਾਂ ਲੈ ਲਵੋ ਥੋੜ੍ਹੀ ਕੁਆਂਟਿਟੀ ਦੇ ਵਿੱਚ, ਕਿਉਂਕਿ ਵੱਡੀ ਕੁਆਂਟਿਟੀ ਦੇ ਵਿੱਚ ਫਿਰ ਸਿਕਿਉਰਿਟੀ 'ਚ ਤੁਹਾਨੂੰ ਫਿਰ ਅੱਗੇ ਬੋਰਡਿੰਗ ਦੇ ਵਿੱਚ ਪ੍ਰੋਬਲਮ ਆਊਗੀ। ਉਸ ਤੋਂ ਬਾਅਦ ਤੁਸੀਂ ਪਲੇਨ ਦੇ ਵਿੱਚ ਆ ਜਾਣਾ। ਪਲੇਨ ਦੇ ਵਿੱਚ ਜਿਹੜੀ ਤੁਹਾਡੇ ਏਅਰ ਸਟਾਫ ਆ, ਇਹਨਾਂ ਦੇ ਆਲਰੇਡੀ PPE ਕਿੱਟਾਂ ਪਾਈਆਂ ਹੋਈਆਂ ਪੂਰੀਆਂ। ਇਹ ਤੁਹਾਡੇ ਤੋਂ ਡਿਸਟੈਂਸ 'ਤੇ ਤੁਹਾਡੇ ਨਾਲ ਰਹਿ ਕੇ ਗੱਲ ਕਰਦੇ ਨੇ। ਇੱਥੇ ਨੋਟ ਕੀਤਾ ਜਾਵੇ, ਇਹਨਾਂ ਨੇ ਤੁਹਾਨੂੰ ਕੁਝ ਸਰਵ ਨਹੀਂ ਕਰਨਾ। ਤੁਹਾਡੀ ਸੀਟ 'ਤੇ ਪ੍ਰੀ ਪੈਕਡ ਫੂਡ ਪਿਆ ਹੋਊਗਾ, ਜਿਵੇਂ ਸੁੱਕਾ ਫੂਡ ਥੋੜ੍ਹਾ ਜਿਹਾ, ਸੈਂਡਵਿਚ, ਉਹ ਚੀਜ਼ਾਂ ਜਿਹੜੀਆਂ ਠੰਡੀਆਂ ਨਾ ਹੋਣ, ਚਿਪਸ ਹੋ ਗਏ, ਪਾਣੀ ਦੀ ਬੋਟਲ, ਕੌਫੀ, ਕੋਕ, ਡਰਿੰਕ ਪਲੇਨ ਦੇ ਵਿੱਚ ਨਹੀਂ ਦਿੱਤਾ ਜਾਊਗਾ। ਕੋਈ ਵਿਸਕੀ ਵਗੈਰਾ ਕੁਛ ਨਹੀਂ ਸਰਵ ਕਰ ਰਹੇ, ਕੋਈ ਫੂਡ ਉਹ ਸਰਵ ਨਹੀਂ ਕਰ ਰਹੇ। ਤਾਂ ਤੁਸੀਂ ਉਸ ਦੇ ਅਕੋਰਡਿੰਗ ਜੋ ਵੀ ਤੁਹਾਡੀ ਹੈਗੀ ਆ, ਈਵਨ ਕਈ ਲੋਕ ਹੁੰਦੇ ਆ ਵੀ ਜਿਹੜੇ ਵਿਸਕੀ ਤੁਸੀਂ ਮਨੇਚਰ ਡਿਊਟੀ ਫਰੀ ਤੋਂ ਲੈ ਸਕਦੇ ਹੋ। ਮਨੇਚਰ ਹੀ ਮੈਂ ਇੱਥੇ ਕਹੂੰਗਾ, ਕਿਉਂਕਿ ਫਿਰ ਉਹ ਮੇਰੇ ਖਿਆਲ ਅਲਾਓ ਨਹੀਂ ਕਰਨਗੇ ਤੁਹਾਨੂੰ ਪੂਰੀ ਬੋਟਲ ਇੱਥੇ ਕੰਜ਼ਿਊਮ ਕਰਨੀ, ਕਿਉਂਕਿ ਉਹ ਚੈੱਕ ਰੱਖਦੇ ਨੇ ਤੁਹਾਡੇ 'ਤੇ। ਅਤੇ ਉਸ ਤੋਂ ਬਾਅਦ ਤੁਸੀਂ ਇੱਥੇ ਪਲੇਨ ਦੇ ਵਿੱਚ ਜਿਹੜਾ ਤੁਹਾਡਾ ਖਾਣਾ ਵਾ, ਉਸ ਦੇ ਵਿੱਚ ਫੇਸ ਮਾਸਕ, ਸੈਨੀਟਾਈਜ਼ਰ, ਸਭ ਕੁਛ ਇਹਨਾਂ ਨੇ ਪ੍ਰੋਵਾਈਡ ਕੀਤਾ ਵਾ। ਇੱਕ ਫੇਸ ਸ਼ੀਲਡ, ਉਹ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵਾ, ਕਿਉਂਕਿ ਹਜੇ ਅਸੀਂ ਪਲੇਨ ਦੇ ਵਿੱਚ ਹੀ ਹਾਂ। ਇੱਦਾਂ ਦੀ ਫੇਸ ਸ਼ੀਲਡ ਹੋਊਗੀ ਟਰਾਂਸਪੇਰੈਂਟ। ਇਹ ਤੁਸੀਂ ਆਏ ਮਤਲਬ ਆਪਦੇ ਜਦੋਂ ਤੁਸੀਂ ਇੱਥੋਂ ਪਲੇਨ ਦੇ ਵਿੱਚੋਂ ਬਾਹਰ ਨਿਕਲਣਾ, ਕਿਉਂਕਿ ਜਿਹੜਾ ਤੁਹਾਡਾ ਸਿਕਿਉਰਿਟੀ ਕਸਟਮ ਸਟਾਫ ਉਹ ਵੀ ਸੇਫ ਰਹਿਣ ਅਤੇ ਤੁਸੀਂ ਵੀ ਸੇਫ ਰਹੋ। ਮਾਸਕ ਲਾ ਕੇ ਇਹ ਫੇਸ ਸ਼ੀਲਡ ਤੁਸੀਂ ਲਾਉਣੀ ਹੈ ਟਰਾਂਸਪੇਰੈਂਟ। ਅਤੇ ਇਹ ਮਤਲਬ ਕੋਈ ਇੰਨੀ ਅਨਕੰਫਰਟੇਬਲ ਚੀਜ਼ ਨਹੀਂ ਗੀ, ਸਾਰਿਆਂ ਦੀ ਇਹਦੇ 'ਚ ਸੇਫਟੀ ਆ। ਪਲੇਨ ਦੇ ਵਿੱਚ ਵਾਸ਼ਰੂਮ ਆ ਜਿਹੜਾ, ਉਹ 1 by 1 ਤੁਹਾਨੂੰ ਜਾਣ ਦੇ ਰਹੇ ਨੇ। ਇਹ ਕੋਈ ਇਸ ਦੇ ਵਿੱਚ ਆਏ ਨਹੀਂਗਾ ਵੀ ਉੱਥੇ ਤੁਹਾਨੂੰ ਜ਼ਿਆਦਾ ਪਲੇਨ ਦੇ ਵਿੱਚ ਘੁੰਮਣ ਫਿਰਨ ਨਹੀਂ ਦਿੱਤਾ ਜਾ ਰਿਹਾ, ਜਿਵੇਂ ਕਿ ਨੋਰਮਲ ਫਲਾਈਟ ਦੇ ਵਿੱਚ ਆਪਾਂ ਇੱਕ ਪੈਸੇਂਜਰ ਤੋਂ ਦੂਜੇ ਪੈਸੇਂਜਰ ਤੱਕ ਚਲੇ ਜਾਂਦੇ। ਹਾਂਜੀ, ਪਰ ਮੈਂ ਇੱਕ ਚੀਜ਼ ਇੱਥੇ ਮੈਂਸ਼ਨ ਕਰਦਾ, ਕੋਈ ਇਹਦੇ ਵਿੱਚ ਇਹ ਨਹੀਂਗਾ ਸੋਸ਼ਲ ਡਿਸਟੈਂਸਿੰਗ ਸੀਟਸ ਦੇ ਵਿੱਚ ਨਹੀਂ ਗੀ। ਜਿੰਨੀਆਂ ਪਲੇਨ ਦੇ ਵਿੱਚ ਸੀਟਸ ਨੇ, ਜੇ ਉਹ ਸਾਰੀਆਂ ਜੇ ਬੁੱਕਡ ਹੋਣਗੀਆਂ ਤਾਂ ਉਹ ਸਾਰਿਆਂ ਦੇ ਲੋਕ ਬੈਠੇ ਹੋਣਗੇ। ਹਾਂ, ਉਹ ਗੱਲ ਵੱਖਰੀ ਆ ਕਿ ਵੀ ਕੁਝ ਸੀਟਾਂ ਬਚ ਗਈਆਂ ਤਾਂ ਉਹ ਖਾਲੀ ਹੋਣਗੀਆਂ। ਅਤੇ ਹੁਣ ਜਿਵੇਂ ਜਿਹੜੀ ਵੈਨਕੂਵਰ ਤੋਂ ਫਲਾਈਟ ਇਹ ਹੈਗੀ ਆ, ਵੈਨਕੂਵਰ ਸਾਨੂੰ ਸੀਗਾ ਵੀ ਅੰਮ੍ਰਿਤਸਰ ਸਿੱਧੀ ਲੈਂਡ ਕਰੂਗੀ, ਪਰ ਇਹ ਵੈਨਕੂਵਰ ਤੋਂ ਅੰਮ੍ਰਿਤਸਰ ਉੱਪਰ ਦੀ ਲੰਘ ਕੇ ਦਿੱਲੀ ਆਈ ਆ। ਚਲੋ ਇਹਨਾਂ ਦੀਆਂ ਹੋਊਗੀ ਕੋਈ ਫਾਰਮੈਲਿਟੀਜ਼। ਇੱਥੇ ਸਾਨੂੰ 2 ਘੰਟੇ ਰਾਈਟ ਨੂੰ ਪਲੇਨ ਦੇ ਵਿੱਚ ਵੇਟ ਕਰਨੀ ਪੈ ਰਹੀ ਆ। ਜਿਨ੍ਹਾਂ ਨੇ ਅੰਮ੍ਰਿਤਸਰ ਉਤਰਨਾ, ਅਸੀਂ ਇੱਥੇ ਪਲੇਨ ਦੇ ਵਿੱਚ ਬੈਠੇ ਹਾਂ। ਹੋਰ ਵੀ ਹੈਗੇ ਆ ਪੈਸੇਂਜਰਸ ਤਕਰੀਬਨ, ਕਿਉਂਕਿ ਜ਼ਿਆਦਾ ਪੰਜਾਬ ਦੇ ਲੋਕ ਨੇ, ਤਾਂ ਫਲਾਈਟ ਦੇ ਵਿੱਚ ਹਜੇ ਵੀ 60-70% ਲੋਕ ਠਹਿਰੇ ਨੇ। ਇੰਨੇ ਟਾਈਮ ਦੇ ਵਿੱਚ ਇੱਕ ਵਾਰ ਵਾਸ਼ਰੂਮ ਸਟਾਫ ਆਇਆ ਇਹਨਾਂ ਦਾ, ਉਹ ਦੁਬਾਰਾ ਕਲੀਨ ਕਰ ਰਿਹਾ ਵਾ। ਅਤੇ ਜਿਹੜੀ ਪਲੇਨ ਦੇ ਵਿੱਚ ਕਾਰਪੈਟ ਉਹਨੂੰ ਵੈਕਿਊਮ ਵਗੈਰਾ ਕੀਤਾ ਜਾ ਰਿਹਾ ਵਾ। ਮੇਨ ਮਤਲਬ ਅਤੇ ਹੁਣ ਬਸ ਅਸੀਂ ਚੱਲਣ ਲੱਗੇ ਹਾਂ ਇੱਥੋਂ ਅੰਮ੍ਰਿਤਸਰ ਲਈ। ਅਤੇ ਅੰਮ੍ਰਿਤਸਰ ਪਹੁੰਚ ਕੇ ਕੀ ਪ੍ਰੋਸੈਸ ਆ, ਮੈਂ ਕੋਸ਼ਿਸ਼ ਕਰੂੰਗਾ ਵੀ ਇੱਕ ਹੋਰ ਵੀਡੀਓ ਬਣਾ ਕੇ ਤੁਹਾਨੂੰ ਦੱਸਾਂ। ਅਤੇ ਮੇਰਾ ਸਿਰਫ ਵੀਡੀਓ ਬਣਾਉਣ ਦਾ ਇੰਨਾ ਹੀ ਮਕਸਦ ਸੀਗਾ ਵੀ ਤੁਸੀਂ ਸਾਰੇ ਜਾਣੇ ਜਿੰਨੇ ਵੀ ਤੁਸੀਂ ਲੋਕ ਹੋ, ਟਰੈਵਲ ਕਰਨਾ ਚਾਹੁੰਦੇ ਹੋ, ਤੁਹਾਨੂੰ ਇੱਕ ਥੋੜ੍ਹਾ ਜਿਹਾ ਪ੍ਰੋਸੈਸ ਪਤਾ ਹੋਵੇ। ਕਿਉਂਕਿ ਨਾ ਬੜਾ ਕਈ ਵਾਰ ਤੁਹਾਨੂੰ ਮਿਸਗਾਈਡ ਕਰ ਦਿੰਦੇ ਲੋਕ, ਕਈ ਡਰਾਉਂਦੇ ਆ ਜੀ ਏਅਰਪੋਰਟ 'ਤੇ ਤੁਹਾਡੇ ਨੱਕ ਦੇ ਵਿੱਚ ਪਾਈਪ ਪਾਉਣਗੇ, ਟੈਸਟ ਕਰਨਗੇ, ਤੁਹਾਨੂੰ ਤਾਂ ਜੀ ਉਹ ਸਰਕਾਰ ਲੈ ਜੂਗੀ ਫੜ ਕੇ। ਇੱਦਾਂ ਨਹੀਂ ਆ ਕੁਛ। ਮਤਲਬ ਜੇ ਆਪਾਂ ਇੱਥੇ ਵੀ ਤਾਂ ਬੇਗਾਨੇ ਮੁਲਕ ਬੈਠੇ ਹੀ ਹਾਂ, ਜੇ ਉੱਥੇ ਜਾ ਕੇ ਆਪਾਂ 10 ਦਿਨ 5 ਦਿਨ ਕੁਆਰੰਟੀਨ ਹੋ ਜਾਵਾਂਗੇ ਆਪਣੀ ਮਰਜ਼ੀ ਦੇ ਹੋਟਲ ਦੇ ਵਿੱਚ, ਤੁਹਾਨੂੰ ਲਿਸਟ ਦਿੱਤੀ ਜਾਣੀ ਆ ਜਿੰਨੀ ਕਿ ਤੁਹਾਡੀ ਜੇਬ ਅਲਾਓ ਕਰਦੀ ਆ। ਅਤੇ ਬਸ ਇੰਨੀ ਮੇਰੀ ਰਿਕੁਐਸਟ ਸੀਗੀ। ਥੈਂਕ ਯੂ ਸੋ ਮਚ। ਅਤੇ ਮੈਂ ਟਰਾਈ ਕਰੂੰਗਾ ਕਿ ਅਗਲੀ ਵੀਡੀਓ ਪਲੇਨ ਸਾਰਾ ਏਅਰਪੋਰਟ ਖਾਲੀ ਪਿਆ ਵਾ, ਸਾਰੇ ਪਲੇਨ ਮੈਂ ਤੁਹਾਨੂੰ ਦਿਖਾਉਣਾ ਰਨਵੇ 'ਤੇ ਖੜੇ ਨੇ। ਈਵਨ ਰਨਵੇ ਵੀ ਸਾਰਾ
ਪਲੇਨ ਹੀ ਪਲੇਨ ਨੇ ਤੇ ਬਸ ਇਹ ਇੱਕ ਸਪੈਸ਼ਲ ਫਲਾਈਟ ਸੀ। ਮੈਂ ਥੈਂਕ ਯੂ ਕਰਦਾ ਵਾਂ ਇੰਡੀਅਨ ਗਵਰਨਮੈਂਟ ਦਾ, ਕਿਉਂਕਿ ਹਰ ਬੰਦਾ ਮਤਲਬ ਜਿਹੜਾ ਸਟਕ ਆ ਐਟਲੀਸਟ ਉਹ ਆਪਦੀ ਬੜਾ ਵਧੀਆ ਲੱਗਿਆ ਇੱਥੇ ਉਤਰ ਕੇ, ਸਾਨੂੰ ਦਿੱਲੀ ਉਤਰ ਕੇ ਵੀ ਚਲੋ, ਕਿਉਂਕਿ ਇੱਦਾਂ ਹੁੰਦਾ ਵਾ ਵੀ ਯਾਰ ਇੱਕ ਵਾਰ ਤੁਸੀਂ ਆਪਣੇ ਪਰਿਵਾਰ ਕੋਲ ਜ਼ਰੂਰ ਪਹੁੰਚੋ। ਮੇਰਾ ਵੀ ਪਰਿਵਾਰ ਇੱਥੇ ਆ, ਛੋਟਾ ਬੱਚਾ ਜੀ ਮੇਰਾ, ਤੇ ਮੈਂ ਨਹੀਂ ਚਾਹੁੰਦਾ ਸੀਗਾ ਵੀ ਉਹ ਮੇਰੇ ਕੋਲ ਕੈਨੇਡਾ ਆਵੇ। ਮੈਂ ਕਿਹਾ ਉਹ ਵੀ ਛੋਟੇ ਬੱਚਿਆਂ ਦੀ ਇਮਿਊਨਿਟੀ ਥੋੜ੍ਹੀ ਜਿਹੀ ਵੀਕ ਹੁੰਦੀ ਹੈ। ਮੈਂ ਸੋਚਿਆ ਵੀ ਮੈਂ ਹੀ ਆਪਣੇ ਪਰਿਵਾਰ ਕੋਲ ਜਾਣਾ ਵਾ, ਕੰਮ ਰੁਝੇਵੇਂ ਚੱਲਦੇ ਰਹਿਣਗੇ ਤੇ ਕੋਈ ਗੱਲ ਨਹੀਂ, ਜਦੋਂ ਪ੍ਰਮਾਤਮਾ ਨੇ ਅਲਾਓ ਕੀਤਾ ਤੇ ਅਸੀਂ ਕੋਈ ਗੱਲ ਨਹੀਂ, ਮੈਂ ਵਾਪਸ ਵੀ ਚਲੇ ਜਾਊਂਗਾ ਤੇ ਫੈਮਿਲੀ ਫਰਸਟ। ਥੈਂਕ ਯੂ ਸੋ ਮਚ।